हाँ जी बेटा, गुड मॉर्निंग स्टूडेंट्स टू ऑल ऑफ यू। 11th क्लास बायोलॉजी। ਅੱਜ ਅਸੀਂ ਬੇਟਾ ਨੈਕਸਟ ਚੈਪਟਰ ਸਟਾਰਟ ਕਰਾਂਗੇ ਨਿਊ, ਬਰੀਥਿੰਗ ਐਂਡ ਐਕਸਚੇਂਜਿਸ ਆਫ ਗੈਸਿਸ। ਠੀਕ ਹੈ ਬੇਟਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਬਰੀਥ ਕਰਦੇ ਹਾਂ, ਸਾਰਿਆਂ ਵਿੱਚ ਇਹ ਪ੍ਰੋਸੈਸ ਚੱਲ ਰਿਹਾ ਸਾਰਿਆਂ ਦੀ ਬਾਡੀ ਵਿੱਚ, ਹਿਊਮਨਸ ਦੇ ਵਿੱਚ ਵੀ, ਐਨੀਮਲਸ ਵਿੱਚ ਵੀ, ਇਨਸੈਕਟਸ ਵਿੱਚ ਵੀ। ਠੀਕ ਹੈ, ਅਤੇ ਹੁਣ ਅਸੀਂ ਇਹਨੂੰ ਦੇਖਾਂਗੇ ਕਿਸ ਤਰ੍ਹਾਂ ਇਹ ਪ੍ਰੋਸੈਸ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਕੁਝ ਟਰਮਸ ਆ, ਅਸੀਂ ਰਿਲੇਟਡ ਟੂ ਐਨੀਮਲਸ ਪੜ੍ਹਾਂਗੇ ਕਿ ਐਨੀਮਲਸ ਕਿਵੇਂ ਹੁੰਦੀ ਆ। ਠੀਕ ਹੈ, ਸੋ ਫਸਟ ਆਫ ਆਲ ਰੈਸਪੀਰੇਸ਼ਨ ਕੀ ਹੁੰਦੀ ਆ? ਬ੍ਰੇਕਿੰਗ ਆਫ ਰੈਸਪੀਰੇਟਰੀ ਫਿਊਲ। ਠੀਕ ਹੈ, ਜਿਹੜੀ ਕੀ ਪ੍ਰੋਵਾਈਡ ਕਰਦੀ ਆ, ਐਨਰਜੀ ਪ੍ਰੋਵਾਈਡ ਕਰਦੀ ਆ। ਦੋ ਟਾਈਪਸ ਦੀ ਰੈਸਪੀਰੇਸ਼ਨ ਹੁੰਦੀ ਹੈ ਬੇਟਾ, ਐਰੋਬਿਕ ਐਂਡ ਐਨਐਰੋਬਿਕ। ਠੀਕ ਹੈ, ਐਰੋਬਿਕ ਰੈਸਪੀਰੇਸ਼ਨ ਤੁਹਾਨੂੰ ਪਤਾ ਹੀ ਆ, ਸ਼ੁਰੂ ਤੋਂ ਪੜ੍ਹਦੇ ਆ ਰਹੇ ਹੋ ਛੋਟੇ ਹੁੰਦੇ ਤੁਸੀਂ, ਜਿਹਦੇ ਵਿੱਚ ਇਨ ਦੀ ਪ੍ਰੈਜੈਂਸ ਆਫ ਆਕਸੀਜਨ ਹੁੰਦੀ ਆ। ਠੀਕ ਹੈ, ਗਲੂਕੋਸ ਜਿਹੜਾ ਆ ਆਕਸੀਜਨ ਨਾਲ ਕੰਬਾਈਨ ਕਰਕੇ ਕੀ ਰਿਲੀਜ਼ ਕਰਦਾ ਆ? ਕਾਰਬਨ ਡਾਈਆਕਸਾਈਡ, ਵਾਟਰ ਐਂਡ ਦਾ ਐਨਰਜੀ 38 ATP ਮੋਲੀਕੂਲਸ। ਠੀਕ ਹੈ, ਸੋ ਐਨਐਰੋਬਿਕ ਰੈਸਪੀਰੇਸ਼ਨ ਜਿਹੜੀ ਬਿਨਾਂ ਆਕਸੀਜਨ ਤੋਂ ਹੁੰਦੀ ਆ। ਓਕੇ ਬੇਟਾ, ਸੋ ਇਹ ਕਿਹਦੇ ਵਿੱਚ ਹੁੰਦੀ ਹੈ? ਇਨ ਯੀਸਟ ਦੇ ਵਿੱਚ ਹੁੰਦੀ ਹੈ, ਇਨ ਯੀਸਟ, ਇਨ ਮਸਲਸ ਡੂਰਿੰਗ ਐਕਸਰਸਾਈਜ਼। ਠੀਕ ਹੈ, ਜਦੋਂ ਇਨ ਯੀਸਟ ਦੇ ਵਿੱਚ ਹੁੰਦੀ ਆ ਅਤੇ ਗਲੂਕੋਸ ਜਿਹੜਾ ਹੈ ਗਲੂਕੋਸ ਮੋਲੀਕੂਲ ਆ, ਉਹ ਕਿਹਦੇ ਵਿੱਚ ਚੇਂਜ ਹੁੰਦਾ? ਪਾਇਰੋਵਿਕ ਐਸਿਡ, ਪਾਇਰੋਵਿਕ ਐਸਿਡ ਦੇ ਵਿੱਚ ਹੋ ਜਾਂਦਾ। ਠੀਕ ਹੈ, ਕਾਰਬਨ ਡਾਈਆਕਸਾਈਡ ਜਿਹੜੀ ਉਹ ਬਾਹਰ ਨਿਕਲ ਜਾਂਦੀ ਹੈ, ਰਿਲੀਜ਼ ਹੋ ਜਾਂਦੀ ਹੈ, ਅਤੇ ਉਹਦੇ ਕੀ ਵੱਜਦਾ? ਇਥਾਈਲ ਅਲਕੋਹਲ ਪਲੱਸ 2 ATP ਮੋਲੀਕੂਲਸ। ਸੋ ਜਦੋਂ ਮਸਲਸ ਹੁੰਦੀ ਹੈ, ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ, ਠੀਕ ਹੈ, ਉਹੀ ਗਲੂਕੋਸ ਕਿਹਦੇ ਵਿੱਚ ਕਨਵਰਟ? 2 ਪਾਇਰੋਵਿਕ ਐਸਿਡ ਮੋਲੀਕੂਲਸ ਕਨਵਰਟ ਹੁੰਦਾ ਅਤੇ 2 ਲੈਕਟਿਕ ਐਸਿਡਸ। ਠੀਕ ਹੈ, ਔਰ 2 ATP ਮੋਲੀਕੂਲਸ ਜਿਹੜੇ ਉਹ ਐਨਰਜੀ ਜਿਹੜੀ ਯੂਜ਼ ਹੁੰਦੀ ਹੈ ਸਾਡੀ। ਅੰਡਰਸਟੂਡ ਆ? ਸੋ ਇਹ ਸੀਗਾ ਤੁਹਾਡੀ ਰੈਸਪੀਰੇਸ਼ਨ ਕੀ ਹੁੰਦੀ ਆ, ਇੰਟਰੋਡਕਸ਼ਨ ਸੀਗੀ। ਔਰ ਇਹਦੇ ਵਿੱਚ ਕੁਝ ਸਟੈਪਸ ਹੁੰਦੇ ਆ, ਜਿੱਦਾਂ ਗਲਾਈਕੋਲਾਈਸਿਸ, ਲਿੰਕ ਰਿਐਕਸ਼ਨ, ਇਹ ਤੁਸੀਂ ਪਹਿਲਾਂ ਚੈਪਟਰਸ 'ਚ ਪੜ੍ਹਿਆ ਹੋਇਆ। ਠੀਕ ਹੈ, ਕ੍ਰੈਬਸ ਸਾਈਕਲ, ਠੀਕ ਹੈ, ETC ਆਕਸੀਡੇਟਿਵ ਫਾਸਫੋਰਾਈਲੇਸ਼ਨ। ਠੀਕ ਹੈ, ਕਰੈਕਟਰਿਸਟਿਕਸ ਕੀ ਆ ਰੈਸਪੀਰੇਟਰੀ ਸਰਫੇਸ 'ਤੇ? ਗੈਸਿਸ ਜਿਹੜੀ ਐਕਸਚੇਂਜ ਹੁੰਦੀ ਆ ਥਰੂ ਦਾ ਥਿਨ ਸਰਫੇਸਿਸ। ਠੀਕ ਹੈ, ਕੁਝ ਦੇ ਵਿੱਚ, ਕਈਆਂ ਦੇ ਵਿੱਚ ਮੋਇਸਟ ਸਰਫੇਸ ਹੁੰਦਾ ਆ, ਕਈਆਂ ਦੇ ਵਿੱਚ ਇਟ ਸ਼ੁੱਡ ਬੀ ਹਾਈਲੀ ਵਸਕੂਲਰ ਮਤਲਬ ਬਲੱਡ ਦੀ ਸਪਲਾਈ ਜਿਹੜੀ ਆ ਉਹ ਮੋਰ ਹੁੰਦੀ ਆ। ਪ੍ਰੈਜੈਂਸ ਆਫ ਦਾ ਰੈਸਪੀਰੇਟਰੀ ਪਿਗਮੈਂਟਸ ਕਈਆਂ 'ਚ ਪ੍ਰੈਜੈਂਟ ਹੁੰਦੇ ਆ। ਲਾਰਜ ਸਰਫੇਸ ਏਰੀਆਜ਼ ਕਈ ਐਨੀਮਲਸ ਦੇ ਵਿੱਚ ਪ੍ਰੈਜੈਂਟ ਹੁੰਦਾ। ਠੀਕ ਹੈ, ਹੁਣ ਪਿਗਮੈਂਟਸ ਕਿਹੜੇ ਸੀਗੇ ਬੇਟਾ? ਠੀਕ ਹੈ, ਰੈਸਪੀਰੇਟਰੀ ਪਿਗਮੈਂਟਸ ਜਿੱਦਾਂ ਹੀਮੋਗਲੋਬਿਨ ਹੁੰਦਾ, ਅਰੈਥਿਨ ਹੁੰਦਾ, ਉਹ ਕਿਹਦੇ ਵਿੱਚ ਹੁੰਦਾ? ਐਨੇਲਿਡਾ ਫਾਈਲਮ ਜਿਹੜਾ ਤੁਸੀਂ ਪੜ੍ਹਿਆ ਸੀ ਕਲਾਸ। ਠੀਕ ਹੈ, ਹੈਮੋਸਾਈਨਿਨ, ਉਹ ਕਿਹਦੇ ਵਿੱਚ ਪੜ੍ਹਿਆ ਸੀਗਾ? ਹੈਮੋਸਾਈਨਿਨ, ਉਹਦੇ ਵਿੱਚ ਕਾਪਰ ਪਿਗਮੈਂਟ ਹੁੰਦਾ, Cu। ਸੋ ਇਹ ਮਲਸਕਾ ਦੇ ਵਿੱਚ। ਅਕਾਈਨੋਕ੍ਰੋਮ, ਇਹ ਕਿਹਦੇ? ਅਕਾਈਨੋਡਰਮਸ ਦੇ ਵਿੱਚ ਹੁੰਦਾ ਹੈ। ਸੋ ਇਹ ਉਹ ਆ ਜਿਹੜੀਆਂ ਕਲਾਸਿਸ ਆ ਜਾਂ ਫਾਈਲਮਸ ਆ ਜਿਹਦੇ ਦੇ ਅੰਡਰ ਐਨੀਮਲਸ, ਇਹਨਾਂ ਦੇ ਅੰਡਰ ਜਿਹੜੇ ਵੀ ਐਨੀਮਲਸ ਹੁੰਦੇ ਉਹਨਾਂ ਵਿੱਚ ਆ ਜਿਹੜੇ ਪਿਗਮੈਂਟਸ ਆ ਉਹ ਪ੍ਰੈਜੈਂਟ ਹੁੰਦੇ ਆ। ਓਕੇ ਬੇਟਾ, ਨੈਕਸਟ ਹੈ ਦਾ ਔਰਗਨਸ ਆਫ ਰੈਸਪੀਰੇਸ਼ਨ। ਕਿਹੜੇ ਔਰਗਨਸ ਹੁੰਦੇ ਆ ਰੈਸਪੀਰੇਸ਼ਨ ਦੇ ਵਿੱਚ? ਅਲੱਗ-ਅਲੱਗ ਟਾਈਪਸ ਦੇ ਹੁੰਦੇ ਆ, ਜਿੱਦਾਂ ਕਿ ਸਭ ਤੋਂ ਪਹਿਲਾਂ ਹੋ ਜਾਂਦਾ ਬੇਟਾ ਤੁਹਾਡੇ ਦੇਖੋ ਸਕਿਨ ਆ। ਹੁਣ ਸਕਿਨ ਦੇ ਥਰੂ ਵੀ ਰੈਸਪੀਰੇਸ਼ਨ ਹੁੰਦੀ ਆ, ਕਿਹਦੇ? ਉਹਨੂੰ ਉਸ ਰੈਸਪੀਰੇਸ਼ਨ ਨੂੰ ਅਸੀਂ ਕੀ ਬੋਲਦੇ ਹਾਂ? ਕਿਊਟੇਨਸ ਰੈਸਪੀਰੇਸ਼ਨ। ਠੀਕ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ? ਕਿਊਟੇਨਸ ਰੈਸਪੀਰੇਸ਼ਨ ਬੋਲਦੇ ਹਾਂ। ਔਰ ਕਿੱਥੇ ਹੁੰਦੀ ਆ? ਕਿਹਦੇ ਵਿੱਚ ਹੁੰਦੀ ਆ? ਸੌਰੀ, ਉਹ ਹੁੰਦੀ ਆ ਅਰਥ ਫਾਰਮ ਦੇ ਵਿੱਚ, ਫਰੋਗ ਦੇ ਵਿੱਚ, ਕਿਉਂਕਿ ਫਰੋਗ ਜਿਹੜਾ ਹੈਗਾ ਉਹਦੀ ਵੀ ਸਕਿਨ ਜਿਹੜੀ ਮੋਇਸਟ ਹੁੰਦੀ ਆ, ਗਿੱਲੀ ਹੁੰਦੀ ਆ। ਠੀਕ ਹੈ, ਦੂਜੀ ਹੁੰਦੀ ਆ ਟਰੈਕੀਆ ਰਾਹੀਂ ਜਿਹੜੀ ਰੈਸਪੀਰੇਸ਼ਨ ਦੀ ਉਹਨੂੰ ਅਸੀਂ ਬੋਲਦੇ ਹਾਂ ਟਰੈਕੀਅਲ ਰੈਸਪੀਰੇਸ਼ਨ। ਔਰ ਇਹ ਕਿਹਨਾਂ ਦੇ ਵਿੱਚ ਹੁੰਦੀ ਆ ਬੇਟਾ? ਇਹ ਹੁੰਦੀ ਆ ਇਨਸੈਕਟਸ ਦੇ ਵਿੱਚ ਹੁੰਦੀ ਆ। ਓਕੇ, ਦੈਨ ਬੇਟਾ ਗਿਲਸ ਜਿਹੜੀ ਹੁੰਦੀ ਆ ਉਹਨੂੰ ਅਸੀਂ ਬ੍ਰੈਂਕੀਅਲ ਰੈਸਪੀਰੇਸ਼ਨ ਬੋਲਦੇ ਆ। ਔਰ ਕਿਹਨਾਂ ਵਿੱਚ ਹੁੰਦੀ ਆ? ਫਿਸ਼ਿਜ਼, ਪ੍ਰੌਨਸ। ਠੀਕ ਹੈ, ਫਿਰ ਬੇਟਾ ਲੰਗਸ ਦੇ ਥਰੂ ਰੈਸਪੀਰੇਸ਼ਨ ਹੁੰਦੀ ਆ, ਉਸ ਰੈਸਪੀਰੇਸ਼ਨ ਨੂੰ ਅਸੀਂ ਕੀ ਬੋਲਦੇ ਹਾਂ? ਪਲਮਨਰੀ ਰੈਸਪੀਰੇਸ਼ਨ। ਔਰ ਇਹ ਹਾਇਰ ਵਰਟੀਬ੍ਰੇਟਸ ਦੇ ਵਿੱਚ ਹੁੰਦੀ ਆ। ਠੀਕ ਹੈ, ਐਗਜ਼ਾਮਪਲ ਜਿਹੜੀ ਆ ਤੁਸੀਂ ਆਪਣੀ ਲੈ ਸਕਦੇ ਹੋ ਹਿਊਮਨਸ ਦੀ। ਓਕੇ ਬੇਟਾ, ਦੈਨ ਉਸ ਤੋਂ ਬਾਅਦ ਬੇਟਾ ਬੁੱਕ ਲੰਗਸ ਪ੍ਰੈਜੈਂਟ ਹੁੰਦੀ ਆ, ਬੁੱਕ ਲੰਗਸ ਬੋਲਦੇ ਅਸੀਂ ਉਹਨਾਂ ਨੂੰ। ਠੀਕ ਹੈ, ਇਹ ਤੁਸੀਂ ਕੰਨਫਿਊਜ਼ ਨਹੀਂ ਹੋਣਾ, ਇੱਕ ਬੁੱਕ ਲੰਗਸ ਹੁੰਦੀਆਂ, ਇੱਕ ਇਕੱਲੀਆਂ ਲੰਗਸ ਤਾਂ ਤੁਹਾਨੂੰ ਪਤਾ ਹੀ ਆ ਹਿਊਮਨਸ ਦੇ ਵਿੱਚ ਹੁੰਦੀਆਂ, ਅਤੇ ਬੁੱਕ ਲੰਗਸ ਕਿਹਦੇ ਵਿੱਚ ਹੁੰਦੀਆਂ? ਸਕੋਰਪੀਅਨ ਐਨੀਮਲਸ ਹੋ ਗਏ, ਸਪਾਈਡਰਸ ਹੋ ਗਏ, ਇਹਨਾਂ ਦੇ ਵਿੱਚ ਪ੍ਰੈਜੈਂਟ ਹੁੰਦੀ ਆ। ਠੀਕ ਹੈ, ਹੁਣ ਆਪਾਂ ਇੱਕ ਛੋਟਾ ਜਿਹਾ ਟੋਪਿਕ ਕਰਾਂਗੇ ਇਹਦਾ, ਕੁਝ ਤੁਹਾਨੂੰ ਨੌਲੇਜ ਵਾਸਤੇ।
ਤੁਹਾਡੇ ਸਿਲੇਬਸ ਵਿੱਚ +1 ਦੇ ਵਿੱਚ ਨਹੀਂ ਹੈਗਾ ਕਾਮਨ, ਉਹਨਾਂ ਨੇ ਬਸ ਇੰਨਾ ਹੀ ਕਿਹਾ ਹੋਇਆ ਕਿ ਜਸਟ ਤੁਸੀਂ ਰੀਕਾਲ ਕਰ ਲਓ ਜੋ ਲਾਸਟ ਇਹ ਚੀਜ਼ਾਂ ਅਸੀਂ ਪਹਿਲਾਂ ਪੜ੍ਹੀਆਂ ਹੋਈਆਂ ਜਨਰਲ ਨੌਲੇਜ ਵਾਸਤੇ। ਉਹ ਕੁਐਸਚਨ ਇਹਦੇ ਵਿੱਚੋਂ 1 ਮਾਰਕਸ ਦਾ ਆ ਸਕਦਾ, ਇਸ ਲਈ ਮੈਂ ਇਹ ਤੁਹਾਡਾ ਸਾਰਾ ਕਵਰ ਆ ਕਰ ਲਿਆ। ਠੀਕ ਹੈ, ਸੋ ਨੈਕਸਟ ਅਸੀਂ ਪੜ੍ਹਾਂਗੇ ਬੇਟਾ ਟਰੈਕੀਅਰ ਜੇ ਟਰੈਕੀਅਲਸ ਦੇ ਥਰੂ ਰੈਸਪੀਰੇਸ਼ਨ ਹੁੰਦੀ ਆ। ਦੇਖੋ ਉੱਪਰ ਅਸੀਂ ਪੜ੍ਹਿਆ ਹੋਇਆ ਜਿਹੜਾ ਟਰੈਕੀਅਸ ਦੇ ਥਰੂ ਹੁੰਦੀ ਆ, ਜਿਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਉਹਨੂੰ ਟਰੈਕੀਅਲ ਰੈਸਪੀਰੇਸ਼ਨ ਪਾਉਂਦੇ ਆ। ਹੁੰਦੀ ਕਿਹਦੇ ਵਿੱਚ? ਇਨਸੈਕਟਸ ਦੇ ਵਿੱਚ। ਅਸੀਂ ਇਹਦੇ ਵਿੱਚ ਇੱਕ ਪੜ੍ਹ ਲੈਂਦੇ ਹਾਂ। ਹੁਣ ਤੁਸੀਂ ਐਗਜ਼ਾਮਪਲ ਇੱਕ ਮੈਂ ਕਾਕਰੋਚ ਦੀ ਲਈ ਹੋਈ ਆ। ਠੀਕ ਹੈ, ਕਾਕਰੋਚ ਦੇ ਵਿੱਚ ਬੇਟਾ ਦੇਖੋ ਸੈਗਮੈਂਟਸ ਬਣੇ ਹੁੰਦੇ ਆ, ਜਿੱਦਾਂ ਅਰਥਵਾਰਮ ਦੇ ਵਿੱਚ ਆਪਾਂ ਨੇ ਕੀਤਾ ਸੀਗਾ। ਵੇਟ ਆਈ ਵਿਲ ਸੀ ਯੂ। ਸੌਰੀ ਇੱਕ ਮਿੰਟ ਰੁਕ ਜਾਓ, ਡਾਇਗਰਾਮ ਥੋੜ੍ਹੀ ਜਿਹੀ ਬਣਾ ਲਿਆ ਮੈਂ। ਇਸ ਤਰ੍ਹਾਂ ਹੁੰਦੀ ਹੈ ਬੇਟਾ, ਇਹ ਕਾਕਰੋਚ ਦਾ ਸਟਰਕਚਰ ਹੈ ਬੇਟਾ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਅਸੀਂ ਕੀ ਕਰਨਾ, ਅਲੱਗ ਅਲੱਗ ਜਿਹੜੇ ਆ ਮੈਂ ਤੁਹਾਨੂੰ ਦੱਸ ਦਿੰਦਾ। ਜਿਹੜਾ ਉੱਪਰਲਾ ਪਾਰਟ ਹੈ ਨਾ ਬੇਟਾ, ਆਪਣੇ ਕੋਲ ਸਪੇਸ ਥੋੜ੍ਹੀ ਹੈ, ਫਿਰ ਵੀ ਤੁਹਾਨੂੰ ਮੈਂ ਥੋੜ੍ਹਾ ਦੱਸੂਗਾ। ਉੱਪਰਲੇ ਪਾਰਟ ਨੂੰ ਬੇਟਾ ਅਸੀਂ ਥੋਰੈਕਸ ਬੋਲਦੇ ਹਾਂ। ਅਸੀਂ ਇਹਨੂੰ ਕੀ ਬੋਲਾਂਗੇ? ਥੋਰੈਕਸ। ਸਪੈਲਿੰਗ ਤੁਸੀਂ ਦੇਖ ਸਕਦੇ ਹੋ, ਕਈ ਵਾਰ ਪੈਨ ਨਾਲ ਲਿਖ ਨਹੀਂ ਹੁੰਦਾ। ਇਹਨੂੰ ਅਸੀਂ ਸਾਰੇ ਪਾਰਟ ਨੂੰ ਕੀ ਬੋਲਾਂਗੇ? ਥੋਰੈਕਸ। ਇਹਦੇ 3 ਪਾਰਟ ਆ ਬੇਟਾ। ਇਸ ਨੂੰ ਅਸੀਂ ਪ੍ਰੋਥੋਰੈਕਸ, ਤੁਸੀਂ ਡਾਇਗਰਾਮ ਦੇ ਵਿੱਚ ਸਪੈਲਿੰਗ ਦੇਖ ਸਕਦੇ ਹੋ। ਇਹਨੂੰ ਮੀਜ਼ੋਥੋਰੈਕਸ। ਠੀਕ ਹੈ, ਔਰ ਇਹਨੂੰ ਅਸੀਂ ਤੁਸੀਂ ਬੋਲੋਗੇ ਮੈਟਾਥੋਰੈਕਸ। ਓਕੇ ਬੇਟਾ, ਇਹ 3 ਪਾਰਟ ਆ ਥੋਰੈਕਸ ਦੇ, ਦੋਨੋਂ ਸਾਈਡਸ 'ਤੇ ਪ੍ਰੈਜੈਂਟ ਆ। ਓਕੇ, ਫਿਰ ਉਸ ਤੋਂ ਬਾਅਦ ਆ ਜਾਂਦਾ ਬੇਟਾ ਅੱਗੇ, ਇਹਨੂੰ ਰੱਬ ਕਰ ਦਿੰਦਾ ਕਿਉਂਕਿ ਆਪਣੇ ਕੋਲ ਸਪੇਸ ਬੇਟਾ ਥੋੜ੍ਹੀ ਹੈ, ਸੋ ਯੂ ਹੈਵ ਟੂ ਬੀ ਅੰਡਰਸਟੈਂਡ ਵਾਟ ਇਜ਼ ਦਿਸ ਡਾਇਗਰਾਮ। ਓਕੇ, ਹੁਣ ਨੈਕਸਟ ਆ ਜਾਂਦਾ ਬੇਟਾ, ਇਹਦੇ ਸੈਗਮੈਂਟਸ ਹੁੰਦੇ ਆ। ਠੀਕ ਹੈ, ਇਹ ਕੀ ਹੁੰਦਾ? ਸੈਗਮੈਂਟਸ ਦੇ ਵਿੱਚ ਪ੍ਰੈਜੈਂਟ ਹੁੰਦਾ ਆ ਇਹਦੇ। ਸੋ ਇਹ ਥੋਰੈਕਸ ਪਾਰਟ ਸੀਗਾ ਤੁਹਾਡਾ। ਜਿਹੜਾ ਨੀਚੇ ਵਾਲਾ ਪਾਰਟ ਹੈ ਨਾ ਬੇਟਾ, ਆਹ ਵਾਲਾ ਨੀਚੇ ਵਾਲਾ ਪਾਰਟ ਹੈ ਬੇਟਾ, ਇਹਨੂੰ ਅਸੀਂ ਬੋਲਾਂਗੇ ਐਬਡੋਮੀਨਲ। ਇਸ ਨੂੰ ਕੀ ਬੋਲਾਂਗੇ? ਐਬਡੋਮੀਨਲ ਪਾਰਟ। ਠੀਕ ਹੈ, ਹੁਣ ਇਸ ਐਬਡੋਮੀਨਲ ਪਾਰਟ ਦੇ ਵਿੱਚ ਬੇਟਾ ਕੀ ਹੁੰਦੇ ਆ? ਸੈਗਮੈਂਟਸ ਪ੍ਰੈਜੈਂਟ ਹੁੰਦੇ ਆ। 1 to 10 ਸੈਗਮੈਂਟਸ ਪ੍ਰੈਜੈਂਟ ਹੁੰਦੇ ਆ ਐਬਡੋਮੀਨਲ ਪਾਰਟ ਦੇ ਵਿੱਚ। ਓਕੇ ਬੇਟਾ, ਤੁਸੀਂ 10 ਬਣਾ ਲੈਣੇ ਹੋ। 1 2 3 4 5 6 7 8, ਇੱਥੇ ਬਣਾ ਲੈਣੇ 9, ਦੈਨ ਅਸੀਂ ਐਡਜਸਟ ਕਰ ਲੈਂਦੇ ਥੋੜ੍ਹਾ ਜਿਹਾ, 10 ਹੋ ਗਏ। ਠੀਕ ਹੈ ਬੇਟਾ, ਹੁਣ ਦੇਖੋ ਦੂਸਰੀ ਗੱਲ ਆਪਾਂ ਨੇ ਬਣਾਉਣੇ 10 ਸੈਗਮੈਂਟਸ ਹੁੰਦੇ ਆ ਬੇਟਾ, 1 ਤੋਂ ਲੈ ਕੇ 10 ਤੱਕ ਸੈਗਮੈਂਟਸ ਇਹਦੇ ਵਿੱਚ ਪ੍ਰੈਜੈਂਟ। ਕਿਹਦੇ ਵਿੱਚ ਪ੍ਰੈਜੈਂਟ ਹੁੰਦਾ? ਐਬਡੋਮੀਨਲ ਪਾਰਟ ਦੇ ਵਿੱਚ। ਹੁਣ ਇਸੇ ਐਬਡੋਮੀਨਲ ਪਾਰਟ ਦੇ ਵਿੱਚ ਬੇਟਾ ਆਪਾਂ ਨੇ ਇੱਕ ਸਟਰਕਚਰ ਬਣਾ ਲੈਣਾ ਹੈ। ਉਸ ਨੂੰ ਅਸੀਂ ਕੀ ਕਹਿੰਦੇ ਆ? ਇਹ ਵਾਲਾ ਸਟਰਕਚਰ ਆਓ, ਆਹ ਵਾਲਾ, ਇਸ ਨੂੰ ਅਸੀਂ ਬੋਲਦੇ ਹਾਂ ਸਪਾਇਰੈਕਲਸ ਦਾ ਸਟਰਕਚਰ ਆ ਇਹ। ਠੀਕ ਹੈ, ਔਰ ਇਹ ਕਿੱਦਾਂ ਮੀਨਸ ਅੰਦਰ ਜਾ ਕੇ ਇਹਦੀ ਡਿਵਾਈਡ ਕਰਦਾ ਹੈ, ਉਹ ਵੀ ਚੀਜ਼ ਦੇਖਾਂਗੇ। ਇਹਦੇ ਵਿੱਚ ਐਬਡੋਮੀਨਲ ਸੈਗਮੈਂਟਸ ਕਾਕਰੋਚ ਦੇ ਵਿੱਚ 10 ਸਪਾਇਰੈਕਲਸ ਪ੍ਰੈਜੈਂਟ ਹੁੰਦੇ ਆ ਬੇਟਾ। ਕਿੰਨੇ ਹੁੰਦੇ ਆ? 10 ਸਪਾਇਰੈਕਲਸ। ਓਕੇ, ਜਿਹਦੇ ਵਿੱਚੋਂ ਜਿਹੜੇ 2 ਸਪਾਇਰੈਕਲਸ ਆ, ਸਪਾਇਰੈਕਲ ਦਾ ਸਟਰਕਚਰ ਪਹਿਲਾਂ ਇੱਦਾਂ ਦਾ ਹੁੰਦਾ। ਆਹ ਦੇਖੋ, ਇਹ ਸਟਰਕਚਰ ਆ ਸਪਾਇਰੈਕਲ ਦਾ। ਠੀਕ ਹੈ, ਜਿਹੜੀ ਇਹਦੀ ਓਪਨਿੰਗ ਆ ਇਹਨੂੰ ਸਪਾਇਰੈਕਲ ਬੋਲਾਂਗੇ। ਆਹ ਵਾਲੀ ਓਪਨਿੰਗ ਨੂੰ ਕੀ ਬੋਲਾਂਗੇ? ਸਪਾਇਰੈਕਲ ਬੋਲਾਂਗੇ। ਠੀਕ ਹੈ, ਔਰ ਨੈਕਸਟ ਜਿਹੜਾ ਇਹ ਵਾਲਾ ਪਾਰਟ ਆ ਇਹਦਾ ਬਲੂ ਕਲਰ, ਇਸ ਨੂੰ ਅਸੀਂ ਬੋਲਾਂਗੇ ਬੇਟਾ ਐਂਪਿਊਲਾ। ਐਂਪਿਊਲਾ ਡਾਇਗਰਾਮ ਦੇ ਨੀਚੇ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਔਰ ਨੈਕਸਟ ਆ ਜਾਂਦਾ ਕਿ ਬੇਟਾ ਇਹਦਾ ਸਟਰਕਚਰ ਜਿਹੜਾ ਆ ਈਜ਼ਲੀ ਤੁਹਾਨੂੰ ਕਲੀਅਰ ਕਰ ਦੇਣਾ, ਇੱਦਾਂ ਇੱਕ ਟਿਊਬ ਲਾਈਕ ਸਟਰਕਚਰ ਬਣ ਜਾਂਦੀ ਹੈ ਇਹਦੀ। ਠੀਕ ਹੈ, ਜਿਹੜੀ ਕਿ ਅੱਗੇ ਜਾ ਕੇ ਇੱਕ ਜੰਕਸ਼ਨ ਬਣਾਉਂਦੀ ਆ, ਔਰ ਉਹ ਜੰਕਸ਼ਨ ਜਦੋਂ ਬਣੂਗਾ ਬੇਟਾ ਤਾਂ ਇਹਨੇ ਅਲੱਗ ਅਲੱਗ ਪਾਰਟਸ ਦੇ ਵਿੱਚ ਇੱਕ ਇਹ ਬ੍ਰਾਂਚਿਸ ਬਣ ਜਾਣੀਆਂ। ਦੇਖੋ ਠੀਕ ਹੈ, ਇਹ ਬ੍ਰਾਂਚਿਸ ਬਣ ਗਈਆਂ। ਦੈਨ ਇਹ ਜਿਹੜੀਆਂ ਬ੍ਰਾਂਚਿਸ ਆ ਬੇਟਾ,
ये कित्थे ओपनिंग होगी इन्हां दी जाके, इन्हां दी ओपनिंग होनी बेटा टिशूज़ दे विच, आ टिशूज़ आ। हुण समझ लग गई बेटा, ठीक है। और इस स्ट्रक्चर ये स्ट्रक्चर से हुण ये जिहड़ा सारा स्ट्रक्चर मैं बनाया होया ये कित्थे प्रैजेंट होना, एक तुहानूं थोड़ी जी डायग्राम बना के दस दिंदा। ये जिहड़ा स्ट्रक्चर आ बेटा, ये जिहड़े स्पायरैकल्स आ ये दो तो प्रैजेंट होने आ बेटा इन्हां दे विच, प्रोथोरैक्स ते मैटाथोरैक्स दे विच, इस तरह, ठीक है। दो प्रोथोरैक्स ते मैटाथोरैक्स दे विच, ओके। और बाकी जिहड़े 8 स्पायरैकल्स आ, ठीक है, रह गए जिहड़े 8 10 ना टोटल, दो होने आ प्रो ते मैटाथोरैक्स ते मीजोथोरैक्स दे विच, सॉरी, ठीक है। ते जिहड़े रैस्ट ऑफ जिहड़े 8 आ वो नीचे सैगमेंट्स दे विच इत्थे इदां प्रैजेंट होने आ। और ये 8 सैगमेंट तक प्रैजेंट होंदे आ। 9 सैगमेंट और 10 सैगमेंट दे विच जिहड़ा स्पायरैकल्स दा स्ट्रक्चर आ वो एबसेंट हुंदा है, वो नहीं हुंदा, ओके बेटा, ठीक है। और ये सारे इदां एक ट्रंक दे विच की कहंदे आ इहदे नाल इदां सारे अटैच होने आ, ओके। इनू ट्रैकियल ट्रंक बोलते हैं, सारा एक पाथ जिहड़ा जिहदे नाल जाके अंदर अटैच हुंदा है। हुण लग गई समझ बेटा। सो ये जिहड़ा स्ट्रक्चर तुसीं डायग्राम्स भी देख सकते हैं। नैक्सट मैं दस दिना थोड़ा जिहा होर, ठीक है। ये जिहड़ी ट्यूब बनाई सी हैगी ट्रैकियल ट्यूब, आ वाली पिंक कलर की ट्रैकियल ट्यूब बोलते हैं असीं इहनूं। इहदे विच एक कॉइल्ड स्ट्रक्चर प्रेजेंट आ इस करके, ठीक है। उस कॉइल्ड स्ट्रक्चर नूं आपां बोलते हैं टीनिडिया, ग्रीन कलर का लिखिया होया टीनिडिया, ठीक है बेटा, अंडरस्टूड है, ठीक है। और जिहड़ी आ ब्रांचिज़ आ जिथे ब्रांचिज़ बनिया सीगियां, इस ब्रांचिज़ दे कोल इहनूं सैल इदां कवर करदा, देखो एक सैल कवर करदा है ये ब्रांचिज़ नूं, इत्थे इदां चारे पासे। इस सैल नूं असीं बोलदे हां ट्रैकिओलर सैल, इस नूं की बोलदे हैं ट्रैकिओलर सैल। एक फ्लूइड एक सक्रीट करता है, ठीक है, जस्ट ਇਹਦਾ फंक्शन है। ਹੁਣ देखो ਜਿਹੜਾ ट्रैकिया है ना बेटा, ਜਿਹੜਾ आ वाला ट्रैकिया ग्रीन कलर का बनाया होया मैं, ठीक है, ग्रीन कलर का ਜਿਹੜਾ ट्यूब ਦੇ ਵਿੱਚ ਇਹ ਜਿਹੜੀ ट्रैकिया ट्यूब ਦੇ ਵਿੱਚ ग्रीन कलर का टिंडिया बनाया होया, ठीक है। बट ये ਜਿਹੜੀ ट्यूब आ ट्रैकिया, ਇਹਨੂੰ ट्रैकिया बोलते हैं। ये काहदा मेड ऑफ लाइक सबसटांस कॉल्ड द इंटीमा, आ देखो नीचे लिखिया होया, इस नूं असीं की बोलते हैं इंटीमा, ओके बेटा। और मसल्स जिहड़े आ इहदे विच हैल्प करदे आ रैसपिरेशन, उन्हां नूं किहड़े मसल्स आ इन्हां दे विच जिहड़े हैल्प करदे आ उन्हां नूं टारगोस्टार्नम मसल्स बोलते हैं, असीं की बोलते हैं टारगोस्टार्नम मसल्स, ओके बेटा, अंडरस्टूड है बेटा। सो ये कॉकरोच के दो पार्ट्स होंगे सीगे, थॉरैक्स एंड एबडोमिनल पार्ट। थॉरैक्स के फर्दर 3 पार्ट सीगे, प्रोथॉरैक्स, मीजोथॉरैक्स एंड द मैटाथॉरैक्स। और एबडोमिनल पार्ट के विच सैगमेंट्स प्रेजेंट होंगे आ, ठीक है, जिहदे विच स्पायरैकल्स प्रेजेंट होंगे। 2 स्पायरैकल्स जिहड़े आ थॉरैक्स के विच होंगे, 8 जिहड़े होंगे आ एबडोमिनल पार्ट प्रेजेंट होंगे आ, ठीक है। एक गल होर आ, जिहड़ा फस्ट थॉरैसिस सैगमेंट सीगा, डायग्राम सुन मैं तुहानूं दस दिना कॉपी ते, जिहड़ा फस्ट सैगमेंट सीगा जिहड़ा प्रोथोरैक्स दे विच स्पायरैकल प्रेजेंट सीगा, ते जिहड़ा बेटा एबडोमिनल दे विच जिहड़ा फस्ट मन्निया जांदा, ठीक है, ये दोने जिहड़े आ ये ऑलवेज ओपन रहिंदे आ, ये ऑलवेज ओपन रहिंदे आ। बाकी जिहड़े स्पायरैकल्स आ कदी ओपन हो जांदे कदी क्लोज हो जांदे आ अकॉर्डिंग टू रिक्वायरमेंट ऑफ द बॉडी, ओके बेटा। सो ये इंपॉर्टेंट सीगा तुहाडा, मैं तो दसना चाहुंदा ही किदां दा हुंदा। नैक्सट बेटा जी हुण असीं पढ़ांगे मेन टॉपिक ते ह्यूमन इसते नाल रिलेटेड पढ़ांगे पल्मनरी रैसपिरेशन, जां कह लो ह्यूमन रैसपिरेशन पढ़ांगे, किस तरह की प्रेजेंट हुंदा साडे विच, ठीक है। हुण पहली गल तां तुहानूं पता ही है, असीं रैसपायर करदे हां, साडे विच जिहड़ी रैसपिरेशन हुंदी है ओह लंग्स के थ्रू हुंदी आ, उहनूं असीं पल्मनरी रैसपिरेशन बोलदे हां, ठीक है। एम्फीबियंस दे विच भी, रैप्टाइल्स दे विच भी, बर्ड्स दे विच, मैमल्स दे विच असीं आ जांदे हां, ठीक है। रैसपिरेशन इन ह्यूमनस, लंग्स हुंदे आ, लंग्स दे विच ऐसा किहड़ा स्ट्रक्चर जिहड़ा एक्सचेंज ऑफ गैसिज टेक प्लेस हुंदी है, एल्वेलाई हुंदा है, ठीक है, जिथे गैसिज की अदला बदली हुंदी है। इट इज़ अ वैरी थिन स्ट्रक्चर हुंदा, और लाइन कौन करदा, किहदे द्वारा लाइन हो जाता है,
ਇਹ ਐਲਵੂਲਾਈ ਦਾ ਸਟਰਕਚਰ ਆ, ਇਹਨੂੰ ਲਾਈਨ ਕੌਣ ਕਰਦਾ ਇੱਦਾਂ ਕਾਲੂਮਿਨਰ ਸਕੁਐਮਸ ਐਪੀਥੀਲੀਅਮ, ਸਿੰਪਲ ਸਕੁਐਮਸ ਐਪੀਥੀਲੀਅਮ। ਓਕੇ ਬੇਟਾ, ਹਾਈਲੀ ਵਸਕੂਲਰ ਹੁੰਦਾ, ਮੀਨਸ ਬਲੱਡ ਦੀ ਸਰਕੂਲੇਸ਼ਨ ਜ਼ਿਆਦਾ ਹੁੰਦੀ ਹੈ, ਠੀਕ ਹੈ। ਰੈਸਪੀਰੇਟਰੀ ਪਿਗਮੈਂਟ ਕਿਹੜਾ ਪ੍ਰੈਜੈਂਟ ਹੁੰਦਾ, ਹੀਮੋਗਲੋਬਿਨ, ਇਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਠੀਕ ਹੈ। ਸੋ ਰੈਸਪੀਰੇਟਰੀ ਟਰੈਕਟ ਪੜ੍ਹਾਂਗੇ। ਰੈਸਪੀਰੇਟਰੀ ਟਰੈਕਟ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਪੜ੍ਹਨੀਆਂ। ਸਭ ਤੋਂ ਪਹਿਲਾਂ ਸਾਡਾ ਨੋਜ਼, ਐਕਸਟਰਨਲ ਲੇਅਰ, ਫਿਰ ਨੇਜ਼ਲ ਚੈਂਬਰ ਆ ਜਾਂਦੇ ਅੱਗੇ, ਫਿਰ ਇੰਟਰਨਲ ਲੇਅਰ, ਨੇਜ਼ੋਫੈਰਿਨੈਕਸ, ਫੈਰਿਨੈਕਸ, ਟਰੈਕੀਆਰ, ਬੈਂਕਿਊਲਸ, ਐਲਵੂਲਾਈ, ਲੰਗਸ, ਡਾਇਫਰਾਗਮ, ਇਹ ਸਾਰੀਆਂ ਚੀਜ਼ਾਂ ਬੇਟਾ ਬਸ ਚੈਪਟਰ ਦੇ ਵਿੱਚ ਪੜ੍ਹਨੀਆਂ, ਠੀਕ ਹੈ। ਵਿਦ ਡਾਇਗਰਾਮਸ ਪੜ੍ਹਾਂਗੇ, ਠੀਕ ਹੈ। ਓਕੇ ਬੇਟਾ, ਸੋ ਨੈਕਸਟ ਆਪਾਂ ਨੇ ਤੁਹਾਨੂੰ ਮੈਂ ਦੱਸ ਦਵਾਂ, ਹੁਣ ਦੇਖੋ ਇੱਕ ਸਟਰਕਚਰ ਆ, ਠੀਕ ਹੈ। ਇਹ ਰੈਸਪੀਰੇਟਰੀ ਟਰੈਕਟ ਬਣਾ ਰਿਹਾ ਤੁਹਾਡੇ ਸਾਹਮਣੇ ਮੈਂ, ਆਹ ਨੋਜ਼ ਆ, ਓਕੇ ਬੇਟਾ। ਇਹਦੇ ਵਿੱਚ ਨੇਜ਼ਲ ਚੈਂਬਰ, ਆ ਐਕਸਟਰਨਲ ਲੇਅਰਸ ਅਸੀਂ ਇਹਨੂੰ ਬੋਲਦੇ ਹਾਂ, ਇਸਨੂੰ ਅਸੀਂ ਕੀ ਬੋਲਦੇ ਹਾਂ, ਐਕਸਟਰਨਲ ਲੇਅਰ। ਓਕੇ, ਅੰਡਰਸਟੂਡ ਆ। ਸੋ ਇਹ ਸਟਰਕਚਰ ਆ, ਠੀਕ ਹੈ। ਹੁਣ ਦੇਖੋ ਬੇਟਾ, ਸਭ ਤੋਂ ਪਹਿਲਾਂ ਐਕਸਟਰਨਲ ਲੇਅਰਸ ਤਾਂ ਨੋਜ਼ ਹੀ ਆ ਤੁਹਾਡੇ ਸਾਹਮਣੇ ਆ, ਠੀਕ ਹੈ। ਨੇਜ਼ਲ ਚੈਂਬਰ ਜਿਹੜੇ ਹੈਗਾ, ਨੈਕਸਟ ਆਉਂਦਾ ਨੇਜ਼ਲ ਚੈਂਬਰ। ਇਹ 3 ਭਾਗਾਂ ਵਿੱਚ ਡਿਵਾਈਡ ਹੁੰਦਾ ਆ ਨੇਜ਼ਲ ਚੈਂਬਰ, ਡਿਵਾਈਡ ਇੰਟੂ 3 ਪਾਰਟਸ। ਆਹ ਵਾਲਾ ਸਾਰਾ ਨੇਜ਼ਲ ਚੈਂਬਰ ਆ, ਆਹ ਵਾਲਾ ਸਾਰਾ ਨੇਜ਼ਲ ਚੈਂਬਰ ਆ ਬੇਟਾ, ਓਕੇ। ਵਿੱਚ ਵਾਲਾ ਪਾਰਟ ਇਹ ਸਾਰਾ ਨੇਜ਼ਲ ਚੈਂਬਰ ਜਿਹੜਾ ਮੈਂ ਰੱਬ ਕੀਤਾ ਜਾਂ ਪਹਿਲਾਂ ਡਰੋ ਕੀਤਾ ਸੀ, ਠੀਕ ਹੈ। ਹੁਣ ਇਹਦੇ ਵਿੱਚ ਅਲੱਗ-ਅਲੱਗ ਪਾਰਟਸ ਆ, ਇੱਕ ਹੁੰਦਾ ਵੈਸਟੀਬਿਊਲਸ, ਠੀਕ ਹੈ। ਵੈਸਟੀਬਿਊਲ ਪਾਰਟ ਜਿਹੜਾ ਬਿਲਕੁਲ ਸਾਡਾ ਬਾਹਰਲਾ ਹੁੰਦਾ, ਜਿੱਥੇ ਹੇਅਰਸ ਵਗੈਰਾ ਪ੍ਰੈਜੈਂਟ ਹੁੰਦੇ ਆ, ਠੀਕ ਹੈ। ਵੈਸਟੀਬਿਊਲ ਪਾਰਟਸ ਜਿਹੜਾ ਹੁੰਦਾ ਸਾਡਾ, ਉਹ ਬਾਹਰਲਾ ਹੁੰਦਾ, ਜਿਹੜੇ ਏਅਰ ਫਿਲਟਰੇਸ਼ਨ, ਏਅਰ ਜਿਹੜੀ ਫਿਲਟਰ ਹੋ ਕੇ ਸਾਡੇ ਅੰਦਰ ਆਉਂਦੀ ਆ, ਕਿਉਂਕਿ ਉੱਥੇ ਹੇਅਰਸ ਵਗੈਰਾ ਪ੍ਰੈਜੈਂਟ ਹੁੰਦੇ ਆ, ਓਕੇ। ਮਿਊਕਸ ਮੈਂਬਰੇਨ ਜਿਹੜੀ ਉਹ ਪ੍ਰੈਜੈਂਟ ਹੁੰਦੀ ਆ। ਦੂਜੇ ਨੰਬਰ 'ਤੇ ਸੈਕਿੰਡ ਪਾਰਟ ਆ ਜਾਂਦਾ, ਇੱਦਾਂ ਸੀਗਾ ਨਾ ਬੇਟਾ ਆਪਣਾ ਨੋਜ਼, ਠੀਕ ਹੈ। ਹੁਣ ਆਹ ਦਾ ਨੋਜ਼ ਸੀਗਾ ਐਕਸਟਰਨਲ ਚੈਂਬਰ, ਇਹਦੇ ਵਿੱਚ ਜਿਹੜੇ ਆ ਚੈਂਬਰਸ 3 ਪ੍ਰੈਜੈਂਟ ਹੋਣੇ। ਸਭ ਤੋਂ ਪਹਿਲਾਂ ਵੈਸਟੀਬਿਊਲ, ਵੈਸਟੀਬਿਊਲ ਦਾ ਜਿੱਥੇ ਹੇਅਰਸ ਵਗੈਰਾ ਪ੍ਰੈਜੈਂਟ ਹੁੰਦੇ ਆ, ਆਹ ਹੇਅਰਸ ਵਗੈਰਾ ਪ੍ਰੈਜੈਂਟ ਹੁੰਦੇ, ਇਹਦੇ ਨਾਲ ਲਾਈਨਿੰਗ ਹੋਈ ਹੁੰਦੀ ਆ ਮਿਊਕਸ ਮੈਂਬਰੇਨ ਦੀ। ਸੋ ਇਹ ਹੇਅਰਸ ਕੀ ਕਰਦੇ ਉੱਪਰਲੀ ਸਾਈਡ ਨੂੰ, ਇਹਨੂੰ ਕੀ ਕਰਦੇ ਆ, ਆਹ ਫਿਲਟਰ, ਏਅਰ ਨੂੰ ਫਿਲਟਰ ਕਰਨ ਦੇ ਵਿੱਚ ਹੈਲਪ ਕਰਦੇ ਆ, ਅਤੇ ਮਿਊਕਸ ਮੈਂਬਰੇਨ ਵੀ ਇੱਥੇ ਪ੍ਰੈਜੈਂਟ ਹੁੰਦੀ। ਔਰ ਬੇਟਾ ਆਹ ਸਾਡੀ ਬੱਕਲ ਕੈਵਿਟੀ ਆ, ਨੀਚੇ ਆਹ ਬੱਕਲ ਕੈਵਿਟੀ ਆ, ਮਾਊਥ ਵਾਲਾ ਪਾਰਟ। ਇਹ ਜਿਹੜਾ ਉੱਪਰਲਾ ਜਿਹੜਾ ਰੂਫ ਆ, ਜਿਹਨੂੰ ਆਪਾਂ ਛੱਤ ਵੀ ਬੋਲਦੇ ਹਾਂ, ਉਹਦਾ ਉੱਪਰਲਾ ਹਿੱਸਾ, ਉਸ ਨੂੰ ਅਸੀਂ ਪੈਲੇਟ ਬੋਲਦੇ ਹਾਂ। ਅਤੇ ਮੈਂ ਲਿਖ ਦਿੰਦਾ, ਇਹਨੂੰ ਅਸੀਂ ਬੋਲ ਦਿਆਂਗੇ ਪੈਲੇਟ ਬੋਲਦੇ ਹਾਂ, ਓਕੇ। ਸੋ ਫਸਟ ਪਾਰਟ ਇਜ਼ ਵੈਸਟੀਬਿਊਲ, ਜਿੱਥੇ ਹੇਅਰਸ ਪ੍ਰੈਜੈਂਟ ਹੁੰਦੇ ਆ, ਫਿਲਟਰ ਹੁੰਦੀ ਆ। ਸੈਕਿੰਡ ਪਾਰਟ ਇੱਥੇ ਆ ਜਾਂਦਾ ਬੇਟਾ, ਇਹ ਸੈਕਿੰਡ ਪਾਰਟ ਆ ਹੈ, ਜਿਹਦੇ ਵਿੱਚ ਸੈਕਿੰਡ ਪਾਰਟ ਉਹਨੂੰ ਰੈਸਪੀਰੇਟਰੀ ਬੋਲਦੇ ਹਾਂ, ਠੀਕ ਹੈ। ਉਹ ਇਹਦੇ ਵਿੱਚੋਂ ਮਿਊਕਸ ਮੈਂਬਰੇਨ ਪ੍ਰੈਜੈਂਟ ਹੁੰਦੀ ਹੈ, ਇਹ ਵੀ ਲਾਈਨਡ ਕਿਹਦੇ ਨਾਲ ਹੁੰਦਾ ਹੈ, ਮਿਊਕਸ ਮੈਂਬਰੇਨ ਨਾਲ ਹੁੰਦਾ ਹੈ। ਇਹ ਵੀ ਹਾਈਲੀ ਵਸਕੂਲਰ ਹੁੰਦਾ ਆ, ਠੀਕ ਹੈ, ਓਕੇ। ਸੋ ਇਟ ਐਕਟ ਹੈਜ਼ ਏਅਰ ਕੰਡੀਸ਼ਨਰ, ਪ੍ਰੋਵਾਈਡ ਕਰਦਾ ਹੈ, ਓਕੇ। ਏਅਰ ਪ੍ਰੋਵਾਈਡ ਕਰਦਾ ਹੈ, ਅੰਦਰ ਐਂਟਰ ਕਰਨ ਵਿੱਚ ਹੈਲਪ ਕਰਦਾ ਹੈ। ਔਰ ਹਾਈ ਵਸਕੂਲਰ ਮਤਲਬ ਜਿਹੜੀ ਬਲੱਡ ਸਪਲਾਈ ਜਿਹੜੀ ਆ ਇਸ ਚੈਂਬਰ ਨੂੰ ਜ਼ਿਆਦਾ ਹੁੰਦੀ ਆ, ਠੀਕ ਹੈ। ਜਦੋਂ ਅਸੀਂ ਵੈਨ ਵੀ ਇਨਹੇਲਡ ਕੋਲਡ ਏਅਰ ਦਾ ਬਲੱਡ ਸਪਲਾਈ ਟੂ ਮੈਂਬਰੇਨ ਇਨਕਰੀਜ਼ਿਜ਼, ਜਦੋਂ ਅਸੀਂ ਠੰਡੀ ਹਵਾ ਸਾਡੇ ਅੰਦਰ ਜਾਂਦੀ ਹੈ ਅਤੇ ਜਿਹੜੀ ਬਲੱਡ ਦੀ ਸਪਲਾਈ ਉਹ ਵੱਧ ਜਾਂਦੀ ਆ। ਇਟ ਗੈਟ ਹੀਟ ਰੇਡੀਏਸ਼ਨ ਟੂ ਏਅਰ ਐਂਡ ਗੈਟ ਵਾਰਮਰ, ਠੀਕ ਹੈ। ਔਰ ਵੈਨ ਵੀ ਇਨਹੇਲ ਵਾਰਮ ਏ ਹਾਟ ਏਅਰ ਮੋਰ, ਫਿਰ ਉਸ ਤੋਂ ਜਦੋਂ ਗਰਮ ਹਵਾ ਅਸੀਂ ਲੈਂਦੇ ਹਾਂ, ਸਾਡੇ ਜਿਹੜਾ ਤੁਸੀਂ ਦੇਖਿਆ ਹੋਣਾ ਜਦੋਂ ਬਲੋਰ ਵਗੈਰਾ ਲੱਗੇ ਹੁੰਦੇ, ਹੁਣ ਸਰਦੀਆਂ ਦੇ ਦਿਨ ਆਏ ਨੇ, ਠੀਕ ਹੈ। ਅਤੇ ਕੁਝ ਸ਼ੋਰੂਮਸ, ਕੁਝ ਘਰਾਂ ਦੇ ਵਿੱਚ ਆਪਾਂ ਹੀਟਰ ਵਗੈਰਾ ਲਾਉਂਦੇ ਹਾਂ, ਔਰ ਜਦੋਂ ਅਸੀਂ ਐਂਟਰ ਕਰਦੇ ਹਾਂ ਸਾਡੇ ਅੰਦਰ ਓਬਵੀਅਸਲੀ ਹੌਟ ਜਿਹੜੀ ਏਅਰ ਉਹ ਐਂਟਰ ਕਰਦੀ ਆ, ਅਤੇ ਸਾਡੀ ਜਿਹੜੀ ਮਿਊਕਸ ਜਿਹੜਾ ਆ ਲਿਕੁਇਡ ਮਟੀਰੀਅਲ ਉਹ ਸਕਰੀਟ ਹੋਣਾ ਸ਼ੁਰੂ ਹੋ ਜਾਂਦਾ, ਅੰਡਰਸਟੂਡ ਆ। ਔਰ ਥਰਡ ਪਾਰਟ ਜਿਹੜਾ ਹੁੰਦਾ ਬੇਟਾ
ਇੱਥੇ ਪ੍ਰੈਜੈਂਟ ਹੁੰਦਾ ਹੈ। ਇਸ ਨੂੰ ਅਸੀਂ ਬੋਲਦੇ ਹਾਂ olfactory ਸੈਂਸ ਆਫ ਸਮੈਲ, ਪਰਸੀਵ ਕਰਦਾ ਹੈ ਸਮੈਲ ਨੂੰ। ਇਟ ਇਜ਼ ਲਾਈਨਡ ਬਾਏ ਦਾ ਸੈਂਸੋਰੀ ਮੈਂਬਰੇਨ, ਸੈਂਸਰੀ ਮੈਂਬਰਸ ਇਹ ਲਾਈਨ ਕੀਤੀ ਹੁੰਦੀ ਹੈ ਇਹਦੇ ਵਿੱਚ, ਜਿਹੜਾ ਕਿ ਸਾਨੂੰ ਹੈਲਪ ਕਰਦਾ ਸਮੈਲ ਲੈਣ ਦੇ ਵਿੱਚ। ਈਜ਼ ਨੇਜ਼ਲ ਚੈਂਬਰ ਹੈਜ਼ ਸਕਰੋ ਲਾਈਕ ਫੋਲਡਸ, ਹਰੇਕ ਨੇਜ਼ਲ ਚੈਂਬਰ ਜਿਹੜਾ ਆ ਇਹ ਜਿਹੜਾ ਇੱਥੇ ਸਕਰੋ ਲਾਈਕ ਫੋਲਡਸ ਪ੍ਰੈਜੈਂਟ ਹੁੰਦੇ ਆ, ਠੀਕ ਹੈ, ਜਿਹਨਾਂ ਨੂੰ ਅਸੀਂ ਇਨਫੀਰੀਅਰ ਉਹਨੂੰ ਕੌਨਕੀਆ ਔਰ ਟਰਬੀਨਲਸ ਬੋਲਦੇ ਹਾਂ ਅਸੀਂ, ਠੀਕ ਹੈ। ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਬੇਟਾ। ਜਿਹੜਾ ਇਨਫੀਰੀਅਰ ਕੌਨਕੀਆ ਹੁੰਦਾ, ਜਾਂ ਉਹਨੂੰ ਅਸੀਂ ਇਨਫੀਰੀਅਰ ਕੌਨਕੀਆ ਜਾਂ ਉਹਨੂੰ ਮੈਗਜ਼ੀਲੋ ਟਰਬੀਨਲ ਬੋਲਦੇ ਹਾਂ। ਸੈਕਿੰਡ ਵਨ ਇਜ਼ ਦਾ ਲੇਟਰਲ ਕੌਨਕੀਆ, ਇਹਨੂੰ ਅਸੀਂ ਐਥਮੋ ਟਰਬੀਨਲਸ ਬੋਲਦੇ ਹਾਂ। ਸੁਪੀਰੀਅਰ ਕੌਨਕੀਆ ਨੂੰ ਅਸੀਂ ਵੈਸੋ ਟਰਮੀਨਲਸ ਵੀ ਬੋਲਦੇ ਹਾਂ। ਓਕੇ ਬੇਟਾ, ਸੋ ਜਿਹੜੇ ਬੇਟਾ ਫਸਟ ਜਿਹੜੇ ਹੈਗੇ ਆ ਨੇਜ਼ਲ ਚੈਂਬਰਸ ਦੇ ਵਿੱਚ ਪ੍ਰੈਜੈਂਟ ਆ, ਠੀਕ ਹੈ, ਇਨਫੀਰੀਅਰ ਅਤੇ ਕੌਨਕੀਆ, ਇਸ ਨੂੰ ਅਸੀਂ ਬੇਟਾ ਰੈਸਪੀਰੇਟਰੀ ਚੈਂਬਰ ਪ੍ਰੈਜੈਂਟ, ਇਹ ਕਿੱਥੇ ਹੁੰਦੇ ਆ, ਰੈਸਪੀਰੇਟਰੀ ਚੈਂਬਰ ਦੇ ਵਿੱਚ ਹੁੰਦੇ ਆ। ਜਿਹੜਾ ਸੁਪੀਰੀਅਰ ਕੌਨਕੀਆ ਇਹ ਕਿੱਥੇ ਪਾਇਆ ਹੁੰਦਾ, olfactory ਚੈਂਬਰ ਦੇ ਵਿੱਚ ਪ੍ਰੈਜੈਂਟ ਹੁੰਦਾ। ਅੰਡਰਸਟੂਡ ਆ ਬੇਟਾ, ਠੀਕ ਹੈ। ਅਸੀਂ ਸਭ ਤੋਂ ਪਹਿਲਾਂ ਨੇਜ਼ਲ ਚੈਂਬਰਸ ਉਹਦੇ ਤਿੰਨ ਪਾਰਟ ਪੜ੍ਹੇ। ਵੈਸਟੀਬਿਊਲਸ ਜਿਹੜਾ ਬਿਲਕੁਲ ਬਾਹਰ ਹੁੰਦਾ, ਜਿੱਥੇ ਹੇਅਰਸ ਵਗੈਰਾ ਪ੍ਰੈਜੈਂਟ ਹੁੰਦੇ, ਹੈਲਪ ਕਰਦਾ ਈਅਰ ਨੂੰ ਫਿਲਟਰ ਕਰਨ ਵਾਸਤੇ। ਦੂਜੇ ਨੰਬਰ 'ਤੇ ਰੈਸਪੀਰੇਟਰੀ ਹੁੰਦਾ ਆ, ਠੀਕ ਆ, ਉਹ ਵੀ ਮਿਊਕਸ ਮੈਂਬਰ ਲਾਈਨ ਹੁੰਦਾ ਆ, ਠੀਕ ਹੈ, ਉਹਨੂੰ ਅਸੀਂ ਇੱਕ ਐਕਟ ਐਜ਼ ਏਅਰ ਕੰਡੀਸ਼ਨ ਵੀ ਬੋਲਦੇ ਹਾਂ। ਤੀਜੇ ਨੰਬਰ olfactory ਹੁੰਦਾ ਹੈ, ਜਿਹੜਾ ਸਮੈਲ ਨੂੰ ਪਰਸੀਵ ਕਰਨ ਵਿੱਚ ਹੈਲਪ ਕਰਦਾ, ਠੀਕ ਹੈ। ਓਕੇ, ਸੋ ਇਹ ਜਿਹੜੇ ਨੇਜ਼ਲ ਚੈਂਬਰਸ ਆ ਇਹਨਾਂ ਦੇ ਵਿੱਚ ਫਰਦਰ ਫੋਲਡ ਲਾਈਕ ਸਟਰਕਚਰਸ ਪ੍ਰੈਜੈਂਟ ਹੁੰਦੇ ਆ, ਠੀਕ ਹੈ। ਜਿਹੜਾ ਹੈਗਾ ਰੈਸਪੀਰੇਟਰੀ ਚੈਂਬਰ, ਉਹਦੇ ਵਿੱਚ ਦੋ ਫੋਲਡ ਲਾਈਕ ਸਟਰਕਚਰਸ ਪ੍ਰੈਜੈਂਟ ਹੁੰਦੇ ਆ, ਇਨਫੀਰੀਅਰ ਕੌਨਕੀਆ ਐਂਡ ਦਾ ਲੇਟਰਲ ਕੌਨਕੀਆ। ਓਕੇ ਬੇਟਾ, ਔਰ ਜਿਹੜਾ ਹੈਗਾ ਤੁਹਾਡਾ ਸੁਪੀਰੀਅਰ ਕੌਨਕੀਆ ਉਹ ਕਿੱਥੇ ਪ੍ਰੈਜੈਂਟ ਹੁੰਦਾ, ਉਹ ਤੁਹਾਡੇ ਲਾਸਟ ਚੈਂਬਰ ਦੇ ਵਿੱਚ olfactory ਦੇ ਵਿੱਚ ਉਹ ਪ੍ਰੈਜੈਂਟ ਹੁੰਦਾ ਹੈ। ਓਕੇ ਬੇਟਾ, ਸੋ ਇਹ ਸਟਰਕਚਰ ਬਹੁਤ ਇੰਪੋਰਟੈਂਟ ਸੀ, ਆਪਾਂ ਡਿਸਕਸ ਕਰਨਾ। ਇਹੀ ਚੀਜ਼ਾਂ ਅਸੀਂ ਬੇਟਾ ਸਾਰੀਆਂ ਅੱਗੇ ਪੜ੍ਹਨੀਆਂ ਇਕੱਲੀਆਂ। ਨੈਕਸਟ ਸਾਡੇ ਕੋਲ ਪਾਰਟ ਆ ਜਾਂਦਾ ਸਾਡਾ ਲੈਰੇਨੈਕਸ, ਠੀਕ ਹੈ। ਉਸ ਤੋਂ ਪਹਿਲਾਂ ਇੰਟਰਨਲ ਲੇਅਰਸ ਆ ਜਾਣਾ ਸਾਡਾ, ਠੀਕ ਹੈ। ਹੁਣ ਇੰਟਰਨਲ ਲੇਅਰਸ ਜਿਹੜਾ ਆ, ਇੰਟਰਨਲ ਲੇਅਰਸ ਜਿਹੜਾ ਉਹ ਕੀ ਕਰਦਾ, ਆ ਦੇਖੋ, ਆਹ ਮਾਊਥ ਬਣਾਇਆ ਸੀਗਾ ਮੈਂ ਤੁਹਾਡੇ ਸਾਹਮਣੇ, ਠੀਕ ਹੈ। ਹੁਣ ਇਹ ਚੀਜ਼ ਜਿਹੜੀ ਆ, ਆਹ ਵਾਲੀ ਜਿਹੜੀ ਇਹ ਅੰਦਰ ਪਾਥ ਜਾ ਰਿਹਾ ਟਰੈਕ, ਇਹਨੇ ਅੰਦਰ ਜਾ ਕੇ ਓਪਨ ਹੋਣਾ, ਠੀਕ ਹੈ। ਓਪਨ ਜਿੱਥੇ ਹੋਣਾ ਇਸ ਨੂੰ ਅਸੀਂ ਇੰਟਰਨਲ ਲੇਅਰ ਬੋਲਦੇ ਹਾਂ, ਠੀਕ ਹੈ। ਔਰ ਇੰਟਰਨਲ ਲੇਅਰਸ ਕਲੋਜ਼ਡ ਵੈਨ ਵੀ ਆਰ ਸਵੈਲਿੰਗ, ਜਦੋਂ ਅਸੀਂ ਕੁਝ ਖਾਂਦੇ ਹਾਂ, ਚਬਾਉਂਦੇ ਹਾਂ, ਠੀਕ ਹੈ, ਵਿਦ ਦਾ ਹੈਲਪ ਉਹ ਚੀਜ਼ ਕਲੋਜ਼ ਹੋ ਜਾਂਦੀ, ਕਿਉਂਕਿ ਇਸ 'ਤੇ ਆਹ ਦੇਖੋ, ਇਸ 'ਤੇ ਆਹ ਇੱਕ ਫੋਲਡ ਲਾਈਕ ਸਟਰਕਚਰ ਇੱਦਾਂ ਦਾ ਪ੍ਰੈਜੈਂਟ ਆ, ਇਸ ਨੂੰ ਅਸੀਂ ਯੂਵਿਊਲਾ ਬੋਲਦੇ ਹਾਂ, ਯੂਵਿਊਲਾ। ਓਕੇ, ਅੰਡਰਸਟੂਡ। ਸੋ ਇੰਟਰਨਲ ਲੇਅਰਸ ਆਰ ਕਲੋਜ਼ ਵੈਨ ਵੀ ਆਰ ਸਵੈਲਿੰਗ ਵਿਦ ਦਾ ਹੈਲਪ ਆਫ ਯੂਵਿਊਲਾ। ਇਹ ਇੰਟਰਨਲ ਲੇਅਰ ਜਿਹੜਾ ਉਹ ਕਲੋਜ਼ ਹੋ ਜਾਂਦਾ ਜਦੋਂ ਅਸੀਂ ਚਬਾਉਂਦੇ ਹਾਂ, ਠੀਕ ਹੈ। ਅੰਡਰਸਟੂਡ ਆ ਬੇਟਾ, ਕਿਉਂਕਿ ਕਲੋਜ਼ ਕਾਹਤੋਂ ਹੋ ਜਾਂਦਾ, ਤਾਂ ਕਿ ਜਿਹੜਾ ਸਾਡਾ ਜਿਹੜਾ ਭੋਜਨ ਆ ਉਹ ਰੈਸਪੀਰੇਟਰੀ ਟਰੈਕਟ ਦੇ ਵਿੱਚ ਨਾ ਚਲੇ ਜਾਵੇ। ਤੁਸੀਂ ਦੇਖਿਆ ਹੋਣਾ ਕਿ ਸਾਨੂੰ ਕਈ ਵਾਰ ਖਾਂਦੇ ਖਾਂਦੇ ਅਸੀਂ ਗੱਲਬਾਤ ਕਰਦੇ ਹੁੰਦੇ ਅਤੇ ਹੁੱਥੂ ਆ ਜਾਂਦਾ, ਉਹ ਕਾਹਤੋਂ ਹੁੰਦਾ, ਕਿਉਂਕਿ ਸਾਡਾ ਜਿਹੜਾ ਅਸੀਂ ਖਾਣਾ ਖਾ ਰਹੇ ਹਾਂ ਉਹ ਸਾਡਾ ਰੈਸਪੀਰੇਟਰੀ ਟਰੈਕਟ ਦੇ ਵਿੱਚ ਐਂਟਰ ਕਰ ਜਾਂਦਾ। ਓਕੇ ਬੇਟਾ, ਸੋ ਨੈਕਸਟ ਅਸੀਂ ਪੜ੍ਹਾਂਗੇ ਲੈਰੇਨੈਕਸ ਪੜ੍ਹਾਂਗੇ ਬੇਟਾ। ਲੈਰੇਨੈਕਸ ਕੀ ਹੁੰਦਾ ਆ, ਇਹਦੇ ਵਿੱਚ 4 ਕਾਰਟਿਲੇਜਸ ਪ੍ਰੈਜੈਂਟ ਹੁੰਦੇ ਆ, ਠੀਕ ਹੈ। ਲੈਰੇਨੈਕਸ ਇੰਟਰਨਲੀ ਕਿਹੜੇ ਨਾਲ ਲਾਈਨ ਕਰਦਾ ਆ, ਕੋਲੂਮਨਰ ਐਪੀਥੀਲੀਅਮ ਦੇ ਨਾਲ, ਠੀਕ ਹੈ ਬੇਟਾ। ਤੁਹਾਨੂੰ ਇਕੱਲੇ ਦਾ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਕਿਹੜੇ, ਜਿਹੜੀਆਂ ਆਪਾਂ ਨੇ ਪਿੱਛੇ ਟਿਸ਼ੂਜ਼ ਪੜ੍ਹੇ ਸੀਗੇ ਨਾ, ਲੇਅਰਿੰਗ ਪੜ੍ਹੀ ਸੀਗੀ, ਕੌਣ ਕਿਹਨੂੰ, ਸਕੁਐਮਸ ਐਪੀਥੀਲੀਅਮ, ਸਿਲੀਏਟਡ ਐਪੀਥੀਲੀਅਮ, ਇਹ ਸਾਰੀਆਂ ਚੀਜ਼ਾਂ ਹੁਣ ਤੁਹਾਡੇ ਕੰਮ ਆ ਰਹੀਆਂ ਕਿ ਆਪਾਂ ਕਿਹੜੀ ਚੀਜ਼ ਕਿਹਨੂੰ ਲਾਈਨ ਕਰ ਰਹੀ ਆ, ਠੀਕ ਹੈ। ਸੋ ਲੈਰੇਨੈਕਸ ਨੂੰ ਲਾਈਨ ਕੌਣ ਕਰਦਾ ਹੈ, ਸਿਲੀਏਟਡ ਕੋਲੂਮਨਰ ਐਪੀਥੀਲੀਅਮ। ਓਕੇ, ਇਹਦੇ ਵਿੱਚ 4 ਕਾਰਟਿਲੇਜ ਹੁੰਦੇ ਆ, 4 ਕਾਰਟਿਲੇਜ ਹੁੰਦੇ ਆ, ਠੀਕ ਹੈ ਬੇਟਾ। ਔਰ ਪਹਿਲੇ ਨੰਬਰ 'ਤੇ ਆ ਗਿਆ ਤੁਹਾਡਾ ਫਸਟ ਨੰਬਰ ਥਾਇਰੋਇਡ ਬੋਲਦੇ ਅਸੀਂ, ਇਹ ਸਭ ਤੋਂ ਬਿਗੇਸਟ ਹੁੰਦਾ ਆ। ਇਹ ਸਪੋਰਟ ਕਰਦਾ ਫਰੰਟ ਪਾਰਟ ਨੂੰ, ਅਪਰ ਪਾਰਟ ਨੂੰ, ਲੋਅਰ ਪਾਰਟ ਨੂੰ, ਠੀਕ ਹੈ। ਸਿਰਕੋਇਡ ਕੈਰੀਕੋਇਡ ਹੁੰਦਾ ਹੈ, ਇਹ ਰਿੰਗ ਲਾਈਕ ਸਟਰਕਚਰ ਫਾਰਮ ਕਰਦਾ ਹੈ, ਮੀਨਸ ਇਹਦਾ ਸਟਰਕਚਰ ਇੱਦਾਂ ਦਾ ਹੁੰਦਾ ਬੇਟਾ, ਆਈ ਸ਼ੇਪਡ ਸਟਰਕਚਰ ਹੁੰਦਾ, ਇੱਦਾਂ ਹੁੰਦਾ। ਓਕੇ, ਔਰ ਇੱਥੇ ਜਿਹੜਾ ਆ
ਇੱਦਾਂ ਪ੍ਰੈਜ਼ੈਂਟ ਹੁੰਦਾ। ਜਦੋਂ ਇਹਨੂੰ ਤੁਸੀਂ ਫੋਲਡ ਕਰਦੇ ਆ ਮੀਨਸ ਇਹਨੂੰ ਮੈਂ ਪਿੱਛੇ ਨੂੰ ਜਾ ਕੇ ਇਹਦੇ ਨਾਲ ਟੱਚ ਕਰ ਦੇਣਾ, ਠੀਕ ਹੈ, ਇੱਦਾਂ ਟੱਚ ਕਰ ਦਿੱਤਾ ਅਤੇ ਇਹ ਚੀਜ਼ ਆਹ ਜਿਹੜੀ ਉੱਪਰਲੀ ਚੀਜ਼ ਆ ਬੇਟਾ ਇਹਨੂੰ ਥਾਇਰੋਇਡ ਬੋਲਾਂਗੇ। ਇਹ ਸਭ ਤੋਂ ਜ਼ਿਆਦਾ ਲੌਂਗੈਸਟ ਪਾਰਟ ਹੁੰਦਾ, ਬਿਗੇਸਟ ਪਾਰਟ ਆ, ਠੀਕ ਹੈ। ਔਰ ਕਿਰਕੋਇਡ ਜਿਹੜਾ ਉਹਨੇ ਰਿੰਗ ਬਣਾ ਦੇਣਾ, ਆਹ ਰਿੰਗ ਸਟਰਕਚਰ ਬਣਾਉਂਦਾ, ਠੀਕ ਹੈ। ਔਰ ਆਹ ਟ੍ਰਾਇੰਗੂਲਰ ਸ਼ੇਪ ਆ ਜਿਹੜੀ ਬੈਕ ਸਾਈਡ ਇਹ ਇੱਦਾਂ ਘੁੰਮ ਜਾਣਾ, ਇਹਨੇ ਪਿਛਲੇ ਪਾਸੇ ਚੱਲ ਜਾਣਾ, ਠੀਕ ਹੈ। ਔਰ ਇਹਨੂੰ ਅਸੀਂ ਬੋਲਦੇ ਹਾਂ ਬੇਟਾ ਐਰੀਟੇਨੋਇਡ। ਇਸ ਨੂੰ ਮੈਂ ਕੀ ਬੋਲੂੰਗਾ, ਟ੍ਰਾਇੰਗੂਲਰ ਪਾਰਟ ਨੂੰ ਐਰੀਟੇਨੋਇਡ, ਠੀਕ ਹੈ। ਸਮਾਲੈਸਟ ਪਾਰਟ ਹੁੰਦਾ ਟ੍ਰਾਇੰਗੂਲਰ ਸ਼ੇਪ 'ਚ ਪ੍ਰੈਜ਼ੈਂਟ ਹੁੰਦਾ, ਠੀਕ ਹੈ। ਔਰ ਲੈਰੇਨੈਕਸ ਜਿਹੜਾ ਬੇਟਾ ਮੇਲਸ ਦੇ ਵਿੱਚ ਜ਼ਿਆਦਾ ਡਿਵੈਲਪ ਹੁੰਦਾ ਹੈ ਐਜ਼ ਕੰਪੇਅਰ ਟੂ ਫੀਮੇਲਸ ਦੇ ਵਿੱਚ। ਓਕੇ ਬੇਟਾ, ਆਹ ਦੇਖੋ ਆ ਵੀ ਇੱਥੇ ਵੀ ਸਟਰਕਚਰ ਬਣਾਇਆ ਹੋਇਆ। ਓਕੇ, ਸੋ ਇਹ ਦੋ ਫਲੈਪ ਲਾਈਕ ਸਟਰਕਚਰਸ ਹੁੰਦੇ ਆ, ਠੀਕ ਹੈ। ਉਹਨਾਂ ਨੂੰ ਅਸੀਂ ਦੇ ਆਰ ਟੂ ਫਲੈਪ ਲਾਈਕ ਸਟਰਕਚਰਸ ਆਰ ਕਾਲਡ ਵੋਕਲ ਕਾਰਡਸ, ਠੀਕ ਆ। ਵੋਕਲ ਕਾਰਡਸ ਕਾਹਦੀ ਬਣੀ ਹੁੰਦੀ ਹੈ, ਇਲਾਸਟਿਨ ਫਾਈਬਰਸ ਦੀ ਬਣੀ ਹੁੰਦੀ ਹੈ, ਜਿਹਨੂੰ ਕੋਈ ਲੁਕਾਉਣ ਲਾਈਨ ਕਰਦਾ ਵੋਕਲ ਕਾਰਡਸ ਨੂੰ। ਵੋਕਲ ਕਾਰਡਸ ਕਿਹਦੇ ਨਾਲ ਹੀ ਲਾਈਨ ਹੁੰਦੀ ਆ, ਸਟੈਟਿਸਫਾਈਡ ਸਕੁਐਮਸ ਐਪੀਥੀਲੀਅਮ ਦੇ ਰਾਹੀਂ। ਓਕੇ ਬੇਟਾ, ਠੀਕ ਹੈ। ਹੁਣ ਜਿੱਦਾਂ ਮੈਂ ਤੁਹਾਨੂੰ ਸਟਰਕਚਰ ਦਿਆ ਜੀ, ਅਸੀਂ ਇਹਨੂੰ ਟਰਾਂਸਵਰਸ ਕੱਟੀਏ, ਇਹਨੂੰ ਇੱਦਾਂ ਗੋਲ ਹੁੰਦਾ ਨਾ, ਇਹਨੂੰ ਮੈਂ ਇੱਦਾਂ ਕੱਟ ਕਰਦਾ, ਮੈਂ ਸਾਨੂੰ ਕੀ ਚੀਜ਼ ਦਿਖਾਊ ਦੇਊਗੀ, ਇੱਦਾਂ ਆਹ ਚੀਜ਼ ਦਿਖਾਈ ਦੇਣੀ ਆ। ਇਹਨਾਂ ਨੂੰ ਅਸੀਂ ਵੋਕਲ ਕਾਰਡ ਬੋਲਾਂਗੇ, ਠੀਕ ਹੈ। ਆਹ ਜਿਹੜਾ ਓਪਨ ਪਾਰਟ ਆ ਇਹਨੂੰ ਮੈਂ ਕਹੂੰਗਾ ਗਲੋਟਿਸ। ਓਕੇ ਬੇਟਾ, ਅਤੇ ਵੋਕਲ ਕਾਰਡਸ ਜਿਹੜੀਆਂ ਲੌਂਗਰ ਹੁੰਦੀਆਂ ਮੇਲਸ ਦੇ ਵਿੱਚ, ਠੀਕ ਹੈ। ਡੂਰਿੰਗ ਹੁਣ ਜਦੋਂ ਇਨਹੈਲੇਸ਼ਨ ਅਸੀਂ ਅੰਦਰ ਲੈ ਕੇ ਜਾਂਦੇ ਹਾਂ, ਵੋਕਲ ਕਾਰਡਸ ਜਿਹੜੀਆਂ ਬਿਲਕੁਲ ਰਿਲੈਕਸ ਹੁੰਦੀਆਂ। ਵੋਕਲ ਕਾਰਡਸ ਕੀ ਕਰਦੀਆਂ, ਰਿਲੈਕਸ ਹੁੰਦੀਆਂ, ਜਿਹਦੇ ਵਿੱਚ ਉਹ ਵਾਈਡ ਹੋ ਜਾਂਦੀਆਂ, ਹਵਾ ਜਿਹੜੀ ਆ ਇਹਦੇ ਰਾਹੀਂ ਐਂਟਰ ਕਰ ਜਾਂਦੀ ਆ। ਬਟ ਜਦੋਂ ਕੀ ਕਹਿੰਦੇ ਆ, ਜਦੋਂ ਇਹ ਐਗਜ਼ੇਲੇਸ਼ਨ ਹਵਾ ਨੂੰ ਬਾਹਰ ਕਰਦੇ ਆ, ਅਤੇ ਇਹ ਜਿਹੜੇ ਵੋਕਲ ਕਾਰਡਸ ਆ ਇਹਨਾਂ ਨੇ ਕੀ ਕਰ ਜਾਣਾ, ਕੰਟਰੈਕਟ ਕਰ ਜਾਣਾ, ਸੁੰਗੜ ਜਾਣਾ, ਕੰਟਰੈਕਟ ਹੋ ਗਏ, ਠੀਕ ਹੈ। ਔਰ ਇਹ ਜਿਹੜੇ ਮਸਲਸ ਹੁੰਦੇ ਆ ਫਰੈਂਜੀਅਲ ਮਸਲਸ ਉਹਨਾਂ ਨੂੰ ਬੋਲਦੇ ਆ, ਕੰਟਰੈਕਟ ਕਰ ਜਾਂਦੇ ਆ। ਅਤੇ ਜਿਹੜਾ ਇਹ ਗਲੋਟਿਸ ਆ ਇਹ ਨੈਰੋ ਹੋ ਜਾਣਾ, ਕਿਉਂਕਿ ਇਹਨਾਂ ਨੇ ਐਕਸਪੈਂਡ ਕਰ ਜਾਣਾ ਇੱਧਰ ਨੂੰ, ਬਾਹਰ ਨੂੰ, ਅੰਦਰ ਨੂੰ, ਸੌਰੀ। ਇਹ ਜਿਹੜੇ ਵੋਕਲ ਕਾਰਡਸ ਇਹਨਾਂ ਨੇ ਅੰਦਰ ਨੂੰ ਐਕਸਪੈਂਡ ਕਰ ਜਾਣਾ, ਇੱਥੇ ਤੱਕ ਕਵਰ ਕਰ ਜਾਣਾ ਪੂਰਾ, ਇੱਦਾਂ ਪ੍ਰੈਜ਼ੈਂਟ ਹੈ ਨਾ। ਜਦੋਂ ਇਹ ਕੰਟਰੈਕਟ ਹੋਏ, ਠੀਕ ਹੈ, ਇਹਨਾਂ ਨੇ ਅੰਦਰ ਨੂੰ ਮੂਵ ਕਰ ਜਾਣਾ ਇੱਦਾਂ। ਔਰ ਜਦੋਂ ਅੰਦਰ ਨੂੰ ਮੂਵ ਕਰਕੇ ਅਤੇ ਆਹ ਜਿਹੜੀ ਆ ਸਪੇਸ ਆ ਇਹ ਲੋਅ ਹੋ ਜਾਣੀ ਆ, ਡਿਕਰੀਜ਼ ਹੋ ਜਾਣੀ ਸਪੇਸ। ਜੇ ਸਪੇਸ ਡਿਕਰੀਜ਼ ਹੋ ਗਈ ਅਤੇ ਜਿਹੜੀ ਉਹ ਹਵਾ ਇਹਦੇ ਵਿੱਚ ਵਾਈਬਰੇਟ ਕਰੂਗੀ, ਠੀਕ ਹੈ ਬੇਟਾ। ਦੈਨ ਜਿਹੜੀ ਆ ਉਹ ਸਾਊਂਡ ਇਜ਼ ਪ੍ਰੋਡਿਊਸ ਡਿਊ ਟੂ ਵਾਈਬਰੇਸ਼ਨ ਆਫ ਵੋਕਲ ਕਾਰਡ। ਔਰ ਸਾਊਂਡ ਕਿੱਦਾਂ ਪ੍ਰੋਡਿਊਸ ਹੁੰਦੀ ਆ, ਜਦੋਂ ਸਾਡੇ ਲੈਰੇਨੈਕਸ ਦੇ ਵਿੱਚ ਜਿਹੜਾ ਵੋਕਲ ਕਾਰਡ ਹੁੰਦਾ ਆ ਉਹ ਵਾਈਬਰੇਟ ਕਰਦਾ ਆ, ਦੈਨ ਜਿਹੜੀ ਉਹ ਸਾਊਂਡ ਆ ਉਹ ਪ੍ਰੋਡਿਊਸ ਹੁੰਦੀ ਹੈ। ਓਕੇ ਬੇਟਾ, ਸੋ ਟਿਲ ਇੱਥੇ ਤੱਕ ਅਸੀਂ ਅੱਜ ਕਰਾਂਗੇ, ਠੀਕ ਹੈ। ਨੈਕਸਟ ਅਸੀਂ ਦੈਨ ਵੀ ਸਟਾਰਟ ਕਰਾਂਗੇ ਟਰੈਕੀਆ, ਬ੍ਰੌਂਕਾਈ, ਫਰਦਰ ਇਹਦਾ ਸਟਰਕਚਰ ਕਿੱਦਾਂ ਦਾ ਹੁੰਦਾ, ਕੀ ਪ੍ਰੈਜ਼ੈਂਟ ਹੁੰਦਾ, ਲੰਗਸ ਕਿੱਦਾਂ ਦੀ ਹੁੰਦੀਆਂ। ਸੋ ਨੈਕਸਟ ਇਹ ਅਸੀਂ ਕਰਾਂਗੇ ਐਂਡ ਮੈਕੈਨਿਜ਼ਮ ਆਫ ਬਰੀਥਿੰਗ ਵੀ ਉਹ ਵੀ ਅਸੀਂ ਟਰਾਈ ਕਰਾਂਗੇ। ਨੈਕਸਟ ਪਾਰਟ ਦੇ ਵਿੱਚ ਮੈਂ ਉਹ ਵੀਡੀਓ ਅਪਲੋਡ ਕਰੂੰਗਾ। ਓਕੇ ਬੇਟਾ, ਸੋ ਥੈਂਕ ਯੂ ਬੇਟਾ। ਓਕੇ, ਸੋ ਪਲੀਜ਼ ਇਸ ਦੀਆਂ ਡਾਇਆਗਰਾਮਸ ਨੂੰ ਇਹਨੂੰ ਪ੍ਰੋਪਰਲੀ ਤੁਸੀਂ ਨੋਟਸ ਬਣਾਉਣੇ ਆ। ਓਕੇ ਬੇਟਾ, ਥੈਂਕ ਯੂ।